ਮਿਹਨਤ ਕਰੇ ਬੰਦਾ ਤੇ ਗੋਰੀ ਸੈੱਟ ਕਰ ਹੀ ਲੈਂਦਾ। ਕੋਈ ਐਡਾ ਮੁਸ਼ਕਲ ਕੰਮ ਨਹੀਂ ਹੈ। ਸਭ ਤੋਂ ਮੁਸ਼ਕਲ ਕੰਮ ਉਹ ਹੈ ਕਿ ਜਿਸਲੇ ਬੰਦਾ ਸੈੱਟ ਕਰਦਾ ਉਸ ਤੋਂ ਬਾਅਦ ਬੰਦਾ ਆਪਣੇ ਵਾਸਤੇ ਮਕਾਨ ਢੂੰढे ਤੇ ਉਹ ਨਾ ਲੱਭੇ। ਤੁਹਾਨੂੰ ਪਤਾ ਕਿਰਾਏ ਤੇ ਵੀ ਮਕਾਨ ਇਤਨਾ ਸੌਖਾ ਨਹੀਂ ਹੈ। ਪਹਿਲੀ ਗੱਲ ਹੈ ਤੁਹਾਡੇ ਕੋਲ ਕੰਮ ਪੱਕਾ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਕੋਲ ਐਡਵਾਂਸ ਢੇਰ ਲੈਂਦੇ ਨੇ ਤਾਂ ਜਾ ਕੇ ਮਕਾਨ ਲੱਭਦਾ, ਕਿਉਂਕਿ ਬੰਦੇ ਢੇਰ ਢੂੰढਦੇ ਹੁੰਦੇ ਨੇ। ਇਸੇ ਤਰ੍ਹਾਂ ਇੱਕ ਜਵਾਨ ਆਇਆ ਪੋਲੈਂਡ ਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਗੋਰੀ ਸੈੱਟ ਕੀਤੀ, ਬੜੀ ਸੋਹਣੀ ਉਹਨੇ ਯੰਗ ਕੁੜੀ ਸੈੱਟ ਕਰ ਲਈ, ਹਰੀਆਂ ਉਹਦੀਆਂ ਅੱਖਾਂ ਆਈਆਂ, ਬੜਾ ਖੁਸ਼ ਆਇਆ ਕਿ ਚਲੋ ਇਹਨੂੰ ਮੈਂ ਕਿਸੇ ਦੂਸਰੇ ਮੁਲਕ ਚੰਗੇ ਖੜ ਕੇ ਤੇ ਉੱਥੇ ਜਾ ਕੇ ਇਹਨੂੰ ਨਾਲ ਜਿਹੜਾ ਆਪੂ ਵੀ ਸੈੱਟ ਹੋ ਜਾਵਾਂਗਾ। ਉਹਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਫੇਸਬੁੱਕ ਤੇ ਲੋਕਾਂ ਨੂੰ ਮੈਸੇਜ ਕਰਦਾ ਸੀ ਕਿ ਇਸ ਤਰ੍ਹਾਂ ਮੈਨੂੰ ਕਮਰਾ ਚਾਹੀਦਾ। ਉਹਨੂੰ ਅੱਗੂ ਜਿਹੜਾ ਟੱਕਰਿਆ ਉਹ ਵੀ ਆਪਣੇ ਮੁਲਕ ਦੇ ਟੱਕਰਿਆ। ਉਹਨੇ ਆਖਿਆ ਮੇਰੇ ਕੋਲ ਕਮਰਾ ਮੌਜੂਦ ਹੈ। ਉਹਨੇ ਦੱਸਿਆ ਕਿ ਇਸ ਤਰ੍ਹਾਂ ਮੇਰੇ ਨਾਲ ਇੱਕ ਕੁੜੀ ਵੀ ਹੈ, ਅਸਾਂ ਦੋਵਾਂ ਨੇ ਰਹਿਣਾ। ਉਹਨੇ ਆਖਿਆ ਕੋਈ ਮਸਲਾ ਨਹੀਂ ਹੈ, ਤੂੰ ਸਾਡੇ ਮੁਲਕ ਦੇ ਜਿਸ ਟਾਈਮ ਮਰਜ਼ੀ ਤੂੰ ਉਹਨੂੰ ਲੈ ਕੇ ਆ ਜਾ। ਉਹਨੇ ਕਿਰਾਇਆ ਸ਼ਾਇਦ ਪੁੱਛਿਆ, ਉਹਨੇ ਦੱਸਿਆ ਕਿ ਇਹ ਕਿਰਾਇਆ। ਅੱਗੋਂ ਮਜ਼ੀਦ ਉਹਨੇ ਤਫਸੀਲ ਕੋਨਾ ਪੁੱਛੀ ਕਿ ਕੀ ਹਿਸਾਬ ਕਿਤਾਬ ਹੈ। ਉਹਨੇ ਜਨਾਬ ਇਸ ਤਰ੍ਹਾਂ ਕੀਤਾ, ਜਿਹੜਾ ਉੱਥੇ ਪੋਲੈਂਡ ਕਮਰਾ ਲਿਆ ਸੀ ਉਹ ਖ਼ਤਮ ਕੀਤਾ, ਅਗਲਿਆਂ ਕੋਲੋਂ ਐਡਵਾਂਸ ਵਾਪਸ ਲੈ ਕੇ ਤੇ ਉਹ ਜਨਾਬ ਆਪਣਾ ਬੋਰੀ ਬਿਸਤਰਾ ਚੁੱਕ ਕੇ ਗੋਰੀ ਨੂੰ ਲੈ ਕੇ ਤੇ ਸਿੱਧਾ ਜਿਹੜਾ ਉਸ ਮੁਲਕ ਆ ਗਿਆ। ਜਿਸ ਵੇਲੇ ਉੱਥੇ ਮੁਲਕ ਪਹੁੰਚਿਆ, ਜੋ ਹੀ ਕਮਰੇ 'ਚ ਗਿਆ, ਜਾ ਕੇ ਦੇਖਿਆ ਇੱਥੇ ਤੇ ਜਵਾਨ ਹੀ ਜਵਾਨ ਨੇ 5-6 ਹੋਰ ਵੀ ਰਹਿੰਦੇ ਸੀ ਪਏ। ਚੱਪਲਾਂ ਦੇਖ ਕੇ ਬੂਟ ਤਾਂ ਕਿ ਉਹ ਪਰੇਸ਼ਾਨ ਹੋ ਗਏ। ਉਹਨੇ ਤਾਂ ਸਮਝਿਆ ਕਿ ਇੱਥੇ ਇੱਕ ਦੋ ਬੰਦਾ ਹੀ ਰਹਿੰਦਾ ਹੋਵੇਗਾ। ਉਹਨੇ ਜਿਸ ਵੇਲੇ ਕਮਰਾ ਤਕਾਇਆ, ਕਮਰਾ ਵੀ ਬਿਲਕੁਲ ਨਿੱਕਾ ਜਿਹਾ ਸੀ, ਅੱਗੋਂ ਵਾਸ਼ਰੂਮ ਵੀ ਛੋਟਾ ਜਿਹਾ ਸੀ ਤੇ ਅੱਗੋਂ ਕਿਚਨ ਜਿਹੜਾ ਉਹ ਸਾਰੇ ਇਕੱਠੇ ਇਸਤੇਮਾਲ ਕਰਦੇ ਸੀ। ਉਹ ਹੁਣ ਫਸ ਗਿਆ ਸੀ, ਨਾ ਉਹ ਪਿੱਛੇ ਜਾ ਸਕਦਾ ਸੀ, ਨਾ ਹੁਣ ਉਹ ਕਿਸੇ ਪਾਸੇ ਜੋਗਾ ਰਿਹਾ ਸੀ। ਉਹਨੇ ਇਹ ਆਖਿਆ ਕਿ ਚਲੋ ਮੈਂ ਇੱਥੇ ਹੀ ਰਹਿ ਰਹਿਣਾ। ਉਹ ਜਨਾਬ ਗੋਰੀ ਨੂੰ ਲੈ ਕੇ ਕਮਰੇ 'ਚ ਵੜ ਗਿਆ। ਅੱਗੋਂ ਦੂਸਰੇ ਜਵਾਨਾਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਆਪਣਾ ਬੰਦਾ ਤੇ ਉਹਨੇ ਗੋਰੀ ਫਸਾਈ ਹੈ। ਉਹ ਜਿਉਂ ਹੀ ਗੋਰੀ ਕਿਚਨ 'ਚ ਆਉਂਦੀ, ਕੋਈ ਨਾ ਕੋਈ ਜਿਹੜਾ ਆਪਣੇ ਕਮਰੇ 'ਚੋਂ ਨਿਕਲ ਕੇ ਕਿਚਨ 'ਚ ਆ ਜਾਂਦਾ ਸੀ। ਉਹ ਜਨਾਬ ਉਹਨੂੰ ਤੱਕਣ ਵਾਸਤੇ ਨਾਲ ਹਾਏ ਹੋਏ ਜਿਹੜਾ ਉਹ ਕਰਨ ਲੱਗ ਪੈਂਦੇ ਸੀ। ਉਹ ਮੁੰਡੇ ਸਾਰੇ ਇਕੱਠੇ ਹੋ ਗਏ। ਜਿਉਂ ਹੀ ਗੋਰੀ ਕੁਕਿੰਗ ਵੀ ਕਰਦੀ ਸੀ ਉਹਦੇ ਨਾਲ ਆ ਕੇ ਗੱਪਾਂ ਲਾਉਣ ਲੱਗ ਪਏ। ਆਪੂ ਤੇ ਜਵਾਨ ਸੁੱਤਿਆ ਸੀ। ਉਹਨੂੰ ਜਿਸ ਵੇਲੇ ਆਵਾਜ਼ ਆਈ ਦੌੜਦਾ ਆ ਕੇ ਦੇਖਿਆ ਕਿ ਇਹ ਸਾਰੇ ਜਿਹੜੇ ਨੇ ਇਹਦੇ ਨਾਲ ਗੱਪਾਂ ਪੇ ਲਾਉਂਦੇ ਨੇ। ਪਰੇਸ਼ਾਨ ਹੋ ਗਿਆ ਕਿ ਇਹ ਤੇ ਸਾਰੇ ਇਹਦੇ ਨਾਲ ਲੱਗੇ ਨੇ, ਕਿਰੇ ਗੱਲ ਹੀ ਨਾ ਕੋਈ ਖੁੱਲ ਜੇ, ਇਹਨੂੰ ਕਿਰੇ ਵਰਗਲਾ ਨਾ ਦੇਣ, ਇਹ ਨਾ ਆਖਣਾ ਹੈ ਕਿ ਇਹ ਸਿਰਫ ਪੇਪਰਾਂ ਵਾਸਤੇ ਤੈਨੂੰ ਲੈ ਕੇ ਆਇਆ। ਉਹ ਜਨਾਬ ਉਹਨੂੰ ਕਹਿੰਦਾ ਕਿ ਤੂੰ ਆ ਜਾ ਕਮਰੇ 'ਚ। ਉਹ ਕਮਰੇ 'ਚ ਫਿਰ ਉਹਨੂੰ ਵਾਪਸ ਲੈ ਗਿਆ, ਲੇਕਿਨ ਮੁੜੇ ਤਾਂ ਨਹੀਂ ਸੀ ਨਾ ਖੱਤਾ ਛੱਡਦੇ। ਜ਼ਾਹਿਰੀ ਗੱਲ ਹੈ ਕੁੜੀ ਵੀ ਬੜੀ ਸੋਹਣੀ ਸੀ। ਉਹ ਜਨਾਬ ਉਹਦੇ ਨਾਲ ਗੱਪਾਂ ਲਾਉਣ ਲੱਗ ਪਏ। ਆਸ ਜਿਸ ਵੇਲੇ ਕੁਕਿੰਗ ਕਰਦੀ ਉਹ ਗੋਰੀ ਤੇ ਜ਼ਾਹਿਰੀ ਗੱਲ ਹੈ ਖੁੱਲੇ ਦਿਲ ਦੀ ਸੀ। ਉਹਨੇ ਆਖਿਆ ਲੋ ਸਾਡਾ ਖਾਣਾ ਚੈੱਕ ਕਰੋ। ਅੱਗੋਂ ਉਹਨਾਂ ਨੂੰ ਭਾਵੇਂ ਫਿੱਕਾ ਖਾਣਾ ਸੀ, ਲੇਕਿਨ ਉਹ ਤਾਰੀਫਾਂ ਬੜੀਆਂ ਕਰਦੇ ਸੀ ਕਿ ਬੜਾ ਸੋਹਣਾ ਖਾਣਾ ਹੈ, ਬੜਾ ਮਜ਼ੇ ਦਾ ਖਾਣਾ ਹੈ, ਤੂੰ ਜਿਹੜਾ ਬੜਾ ਹੀ ਸੋਹਣਾ ਬਣਾਉਣੀ ਹੈ, ਤੂੰ ਜਿਹੜਾ ਨਾ ਇਸ ਤਰ੍ਹਾਂ ਸਾਡੇ ਵਾਸਤੇ ਵੀ ਕੁਕਿੰਗ ਕਰਿਆ ਕਰ। ਉਹ ਬੜੀ ਖੁਸ਼ ਹੋਵੇ। ਅੱਗੋਂ ਜਿਹੜਾ ਮੁੰਡਾ ਲੈ ਕੇ ਆਇਆ ਸੀ ਉਹਨੂੰ ਮਨਾ ਕਰਦਾ ਸੀ ਕਿ ਤੂੰ ਜਿਹੜਾ ਇਹਨਾਂ 'ਚ ਨਾ ਜਾ ਕੇ ਬਵਿਆ ਕਰ, ਕਿਉਂ ਜਾ ਕੇ ਬਹਿਨੀ। ਉਹਨੇ ਆਖਿਆ ਨਹੀਂ ਕੋਈ ਨਹੀਂ ਮਸਲਾ, ਸਾਰੇ ਬੜੇ ਚੰਗੇ ਨੇ। ਬਾਰਾਂ ਮੁੰਡਿਆਂ ਨੇ ਢੇਰ ਟਰਾਈ ਮਾਰੀ, ਲੇਕਿਨ ਉਹ ਜਿਹਦੇ ਨਾਲ ਰਹਿੰਦੀ ਸੀ ਉਹਨੇ ਜਿਹੜਾ ਕੋਸ਼ਿਸ਼ ਕੀਤੀ ਕਿ ਮੈਂ ਉਹਦੇ ਨਾਲ ਰਵਾਂ। ਅੱਗੋਂ ਜਵਾਨ ਨੇ ਸੋਚਿਆ ਕਿ ਇਹਨਾਂ ਨੇ ਮੇਰੇ ਕੋਲੋਂ ਖੋਹ ਹੀ ਲੈਣੀ ਹੈ, ਮੈਂ ਕਿਸੇ ਤਰੀਕੇ ਨਾਲ ਕਿਧਰੋਂ ਜਿਹੜਾ ਨਾ ਮਕਾਨ ਢੂੰਡਾਂ ਤੇ ਇੱਥੋਂ ਨਸਾਂ। ਉਹ ਜਨਾਬ ਢੂੰਡਣਾ ਉਹਨੇ ਸ਼ੁਰੂ ਕਰ ਦਿੱਤਾ ਤੇ ਇੱਕ ਬੰਦੇ ਨੇ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਇੱਕ ਫਲਾਣੀ ਜਗ੍ਹਾ ਤੇ ਅਪਾਰਟਮੈਂਟ ਹੈ ਹੀ, ਲੇਕਿਨ ਇਹ ਜਿਹੜਾ ਚੌਥੇ ਫਲੋਰ ਤੇ ਹੀ, ਅਗਰ ਤੂੰ ਲੈਣਾ ਹੈ ਤੇ ਤੈਨੂੰ ਲੈ ਦੇਣੇ ਆ, ਐਡਵਾਂਸ ਵੀ ਤੈਨੂੰ ਦੇਣਾ ਪੈਣਾ। ਉਹਨੇ ਆਖਿਆ ਜੀ ਮੈਨੂੰ ਕੋਈ ਮਸਲਾ ਨਹੀਂ, ਮੈਂ ਐਡਵਾਂਸ ਵੀ ਦੇ ਲਾਂਗਾ, ਲੇਕਿਨ ਤੁਸੀਂ ਮੈਨੂੰ ਜਿਹੜਾ ਮਕਾਨ ਢੂੰਡ ਦਿਓ। ਉਹਨੇ ਆਖਿਆ ਚੱਲ ਸਹੀ ਹੈ, ਮੈਂ ਬੰਦੇ ਨੂੰ ਫੋਨ ਕਰਨਾ ਤੇ ਉਹਦੇ ਨਾਲ ਟਾਈਮ ਬਣਾਉਣਾ ਤੇ ਤੂੰ ਆ ਜਾਈਂ। ਉਹਨੇ ਜਨਾਬ ਇਸੇ ਤਰ੍ਹਾਂ ਕੀਤਾ, ਟਾਈਮ ਬਣਾ ਲਿਆ ਬੰਦੇ ਨਾਲ। ਉਹ ਇਸ ਵੇਲੇ ਅਪਾਰਟਮੈਂਟ ਦੇਖਣ ਵਾਸਤੇ ਗਿਆ। ਗੋਰੀ ਨੇ ਵੀ ਅਪਾਰਟਮੈਂਟ ਦੇਖਿਆ ਤੇ ਉਹ ਖੁਸ਼ ਹੋ ਗਈ। ਉਹਨੇ ਆਖਿਆ ਜੀ ਬੜਾ ਸੋਹਣਾ ਅਪਾਰਟਮੈਂਟ ਹੈ, ਤੂੰ ਬਾਲਕਨੀ ਵਗੈਰਾ ਵੀ ਹੈ, ਇਹ ਤੇ ਬੜੀ ਅਸੀਂ ਮੌਜ ਵਿੱਚ ਰਵਾਂਗੇ ਇੱਥੇ। ਉਹ ਜਨਾਬ ਖੁਸ਼। ਉਹਨੇ ਆਖਿਆ ਜੀ ਐਡਵਾਂਸ ਕਿੰਨਾ? ਉਹਨੇ ਦੱਸਿਆ ਕਿ ਇਸ ਤਰ੍ਹਾਂ 5 ਐਡਵਾਂਸ। ਉਹਨੇ ਆਖਿਆ ਭਾਈ ਕਿਰੇ 2 ਐਡਵਾਂਸ ਹੁੰਦੇ ਨੇ, 3 ਹੁੰਦੇ ਨੇ, ਤੁਸੀਂ ਇਕੱਠੇ ਹੀ 5 ਪਏ। ਉਹਨੇ ਆਖਿਆ ਜੀ ਭਾਈ ਮੈਂ ਕੀ ਕਰਾਂ, ਅਗਲਿਆਂ ਦੀ ਰਿਕੁਆਇਰਮੈਂਟ ਹੈ, ਅਗਰ ਤੁਸੀਂ ਦੇ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਤੁਹਾਡੀ ਮਰਜ਼ੀ। ਤੁਹਾਨੂੰ ਪਤਾ ਮਕਾਨ ਤੇ ਇੱਥੇ ਝੱਟ ਵੀ ਨਹੀਂ ਰਹਿੰਦਾ, ਫਟਾਫਟ ਲਾਉਂਦਾ। ਚਲੋ ਮੈਂ ਤੁਸੀਂ ਟੈਨਸ਼ਨ ਨਾ ਲਓ, ਮੈਂ ਪਿੱਛੋਂ ਪੈਸੇ ਮੰਗਾਨਾ ਤੇ ਤੁਹਾਨੂੰ ਐਡਵਾਂਸ ਦੇ ਦੇਣਾ। ਉਹਨੇ ਜਨਾਬ ਇਸੇ ਤਰ੍ਹਾਂ ਕੀਤਾ, ਪਿੱਛੋਂ ਪੈਸੇ ਮੰਗਾਏ, ਮੰਗਾ ਕੇ ਜਨਾਬ ਉਹਨੇ ਐਡਵਾਂਸ ਉਹਨੂੰ ਫੜਾ ਦਿੱਤਾ ਕਿ ਲੋ ਭਾਈ ਤੁਸੀਂ ਐਡਵਾਂਸ। ਉਹਨੇ ਸੋਚਿਆ ਹੀ ਨਾ ਕਿ ਮੈਂ ਮਾਲਕ ਤੇ ਤੱਕ ਲਵਾਂ, ਮਾਲਕ ਕਿਹੜਾ ਹੈ। ਉਹਨੇ ਆ ਜਨਾਬ ਐਡਵਾਂਸ ਫੜ ਲਿਆ। ਉਹਨੇ ਆਖਿਆ ਲੋ ਜੀ ਭਾਈ ਜੀ ਚਾਬੀ ਫੜੋ। ਉਹ ਚਾਬੀ ਫੜ ਕੇ ਜਿਸੇ ਉੱਥੇ ਟੁਰ ਗਿਆ। ਉਹ ਜਨਾਬ ਰਹਿਣ ਲੱਗ ਪਿਆ ਜਾ ਕੇ। ਅੱਗੋਂ ਸਾਹਮਣੇ ਮਕਾਨ 'ਚ ਜਿਹੜਾ ਨਾ ਇੱਕ ਹੋਰ ਜਿਹੜਾ ਆਪਣਾ ਹੀ ਦੇਸੀ ਬੰਦਾ ਰਹਿੰਦਾ ਸੀ। ਉਹ ਜਨਾਬ ਜਿਹੜਾ ਉਹਨੇ ਤੱਕਿਆ, ਗੋਰੀ ਉਹਨੇ ਆ ਕੇ ਦਰਵਾਜ਼ਾ ਖੜਕਾਇਆ। ਉਹਨੂੰ ਪਤਾ ਸੀ ਕਿ ਦੂਸਰਾ ਜਿਹੜਾ ਥੱਲੇ ਢਲ ਗਿਆ, ਹਾਲੀ ਗੋਰੀ ਘਰ ਹੈ। ਉਹਨੇ ਜਨਾਬ ਦਰਵਾਜ਼ਾ ਖੜਕਾਇਆ, ਉਹ ਨਿਕਲੀ ਬਾਹਰ। ਉਹਦੇ ਨਾਲ ਗੱਪ-ਸ਼ੱਪ ਲਾਉਣ ਲੱਗ ਪਿਆ। ਗੱਪ-ਸ਼ੱਪ ਲਾ ਕੇ ਉਹਨੂੰ ਕਹਿੰਦਾ ਇੱਧਰ ਆ ਮੇਰੇ ਕੋਲ ਬਹਿ ਕੇ ਡਰਿੰਕ ਵਗੈਰਾ ਪੀਓ। ਡਰਿੰਕ ਵਗੈਰਾ ਪੀਂਦਾ ਸੀ। ਜਿਹੜਾ ਜਿਹਨੇ ਗੋਰੀ ਫਸਾਈ ਸੀ ਉਹ ਆਪੂ ਡਰਿੰਕ ਵਗੈਰਾ ਨਹੀਂ ਸੀ ਪੀਂਦਾ। ਅੱਗੋਂ ਜਿਹੜਾ ਸਾਹਮਣੇ ਨਾ ਉਹ ਡਰਿੰਕ ਵਗੈਰਾ ਪੀਂਦਾ ਸੀ। ਪਹਿਲਾਂ ਤੇ ਗੋਰੀ ਨੇ ਨਾ ਕੀਤੀ, ਫਿਰ ਉਸ ਤੋਂ ਬਾਅਦ ਉਹਨੇ ਆਖਿਆ ਇੱਕੋ ਮੁਲਕ ਦੇ ਨੇ, ਜਾ ਕੇ ਉਹਦੇ
ਉਹਦੇ ਨਾਲ ਡਰਿੰਕ ਵਗੈਰਾ ਪੀ ਕੇ ਤੇ ਫਿਰ ਵਾਪਸ ਆ ਗਈ। ਜਵਾਨ ਜਿਸ ਵੇਲੇ ਵਾਪਸ ਆਇਆ ਉਹਨੂੰ ਸਮੈਲ ਆਈ, ਉਹਨੇ ਕਿਹਾ ਤੂੰ ਕੋਈ ਅਲਕੋਹਲ ਵਗੈਰਾ ਪੀਤੀ ਹੈ? ਕਹਿੰਦੀ ਹੈ ਨਹੀਂ ਮੈਂ ਕੋਈ ਨਹੀਂ ਪੀਤੀ। ਉਹ ਉਹਦੇ ਅੱਗੇ ਝੂਠ ਮਾਰ ਗਈ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਸ ਤੋਂ ਬਾਅਦ ਜਵਾਨ ਜਿਹੜਾ ਅੱਗੋਂ ਪਿੱਛੋਂ ਕੰਮ ਸ਼ਾਮ ਢੂੰਡਣ ਵਾਸਤੇ ਬਾਹਰ ਨਿਕਲ ਪਿਆ। ਉਹ ਜਨਾਬ ਜਿਹੜਾ ਸਾਹਮਣਾ ਬੰਦਾ ਹੈ ਉਹਨੂੰ ਪਿਆਣੀ ਚੰਗੀ ਟਕਾ ਕੇ ਨਾਲ ਖਵਾਲਣਾ ਪਿਆਲਣਾ, ਉਹਨੇ ਇੰਜ ਕੀਤਾ ਕਿ ਉਹਨੂੰ ਜਿਹੜਾ ਆਪਣੇ ਨਾਲ ਸੈੱਟ ਕਰ ਲਿਆ। ਉਹ ਜਨਾਬ ਮੁੰਡਾ ਜਿਹੜਾ ਆਪਣੇ ਬਾਹਰ ਹੁੰਦਾ ਸੀ ਉਹ ਜਿਹੜੀ ਹੈ ਉਹਦੇ ਕੋਲ ਟੁਰ ਜਾਂਦੀ ਸੀ, ਜਾ ਕੇ ਉੱਥੇ ਪੂਰਾ ਇੰਜੋਇਮੈਂਟ ਕਰਦੀ ਸੀ, ਨਾਲੇ ਤਾਂ ਉਹਨੂੰ ਡਰਿੰਕ ਪੂਰਾ ਕਰਾਉਂਦਾ ਸੀ, ਖਵਾਲਦਾ ਪਿਆਲਦਾ ਸੀ, ਨਾਲੇ ਜਿਹੜਾ ਮਜ਼ੇ ਕਰਦਾ ਸੀ। ਉਹ ਇਸ ਤਰ੍ਹਾਂ ਕਰਕੇ ਉਹਨੇ ਸਿਲਸਿਲਾ ਚਲਾਇਆ। ਇੱਕ ਵਾਰੀ ਉਹ ਟਾਈਮ ਨਾਲ ਆਇਆ ਤੇ ਆ ਕੇ ਦੇਖਿਆ ਉਹ ਤੇ ਇੱਥੇ ਆਈ ਕੋਈ ਨਹੀਂ, ਉਹ ਕਮਰੇ 'ਚ ਪਰਾਂ ਵੜੀ ਆ ਉਹਦੇ ਨਾਲ। ਉਹਨੇ ਜਨਾਬ ਦਰਵਾਜ਼ਾ ਖੜਕਾਇਆ ਤੇ ਜਿਸ ਵੇਲੇ ਉਹ ਨਿਕਲੀ ਤੇ ਉਹਨੂੰ ਤਾਂ ਕਿ ਪਰੇਸ਼ਾਨ ਹੋ ਗਿਆ ਤੇ ਪਸੀਨੋ ਪਸੀਨ ਹੋਏ। ਉਹਨੇ ਆਖਿਆ ਕਿ ਤੂੰ ਕਿਹੜਾ ਕੰਮ ਕੀਤਾ? ਅੱਗੂ ਉਹਨੂੰ ਛੱਡ ਵੀ ਨਹੀਂ ਸੀ ਸਕਦਾ, ਜ਼ਾਹਿਰੀ ਗੱਲ ਹੈ ਉਹਦੇ ਸਿਰ ਤੇ ਹੀ ਇੱਥੇ ਆਏ ਅਸੀਂ ਕਿ ਮੈਂ ਜਿਹੜਾ ਇੱਥੇ ਸੈੱਟ ਹੋਣਾ। ਉਹਨੂੰ ਜ਼ਿਆਦਾ ਝਿੜਕ ਵੀ ਨਹੀਂ ਸਕਦਾ ਆ। ਉਹਨੂੰ ਲੈ ਕੇ ਅੰਦਰ ਵੜ ਗਿਆ, ਉਹਦੇ ਬਹਿ ਕੇ ਜਾ ਕੇ ਰੋਣ ਲੱਗ ਪਿਆ, ਕਹਿੰਦਾ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਤੇਰੇ ਨਾਲ ਪਿਆਰ ਕਰਨਾ ਤੇ ਤੂੰ ਉਹਦੇ ਕੋਲ ਵੜੀ। ਉਹਨੇ ਆਖਿਆ ਨਹੀਂ ਮੈਂ ਉਹਦੇ ਨਾਲ ਜਾ ਕੇ ਗੱਪ-ਸ਼ਪ ਲਾ ਰਹੀ ਸਾਂ, ਮੈਂ ਕੋਈ ਹੋਰ ਕੋ ਉਹਦੇ ਨਾਲ ਨਹੀਂ ਸੀ ਕਰ ਰਹੀ, ਅੱਗੋਂ ਇਹਨੂੰ ਪਿਆਰ ਸ਼ਿਆਰ ਕੀਤੀ ਇਹਨੂੰ ਤੇ ਇਹ ਸੀ ਕਿ ਮੈਂ ਜਿਹੜਾ ਨਾ ਫਟੋਫਟ ਜਿਹੜਾ ਨਾ ਇਹਦੇ ਨਾਲ ਸੈਟਿੰਗ ਕਰਾਂ। ਉਹ ਜਨਾਬ ਉਸ ਵੇਲੇ ਚੁੱਪ ਕਰਕੇ ਰਹਿਣ ਲੱਗ ਪਈ ਨਾਲ। ਅੱਗੂ ਜਿਹੜਾ ਇਹਨੂੰ ਨਹੀਂ ਸੀ ਪਤਾ ਕਿ ਅੱਗੂ ਕਿ ਗੇਮ ਹੋਣ ਵਾਲੀ ਹੈ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀ ਕੁੜੀ ਹੈ ਉਹ ਉਹਦੇ ਕੋਲ ਜਾ ਕੇ ਆਂਦੀ ਹੈ ਮੈਂ ਇਹਦੇ ਕੋਲ ਸ਼ਿਫਟ ਹੋਣ ਲਈ ਹਾਂ। ਅੱਗੂ ਜਨਾਬ ਇਹਨੇ ਮਕਾਨ ਲਿਆ ਸੀ, ਉਹ ਮਕਾਨ ਵਾਲੇ ਜਿਹੜੇ ਨੇ ਉਹ ਆ ਗਏ। ਉਹਨਾਂ ਆ ਕੇ ਇਹਦਾ ਦਰਵਾਜ਼ਾ ਖੜਕਾਇਆ। ਉਹਨਾਂ ਆਖਿਆ ਜੀ ਤੁਸੀਂ ਇੱਥੋਂ ਮਕਾਨ 'ਚੋਂ ਨਿਕਲਣਾ ਸੁਬਾਹ। ਉਹਨਾਂ ਆਖਿਆ ਸੁਬਾਹ ਕਿਉਂ ਨਿਕਲਣਾ, ਮੈਂ ਤੇ ਇਹਦੇ ਐਡਵਾਂਸ ਦਿੱਤੇ ਨੇ, ਮੈਂ ਪੱਕਾ ਮਕਾਨ ਲਿਆ। ਉਹਨਾਂ ਆਖਿਆ ਪੱਕਾ ਨਹੀਂ ਲਿਆ, ਇਹ ਮਹੀਨੇ ਵਾਸਤੇ ਜਿਹੜਾ ਅਸੀਂ ਦਿੱਤਾ ਸੀ ਤੇ ਉਹ ਬੰਦੇ ਨੂੰ ਉਹਨੇ ਸਾਡੇ ਕੋਲੋਂ ਲਿਆ ਸੀ ਤੇ ਹੁਣ ਜਿਹੜਾ ਮਹੀਨਾ ਪੂਰਾ ਹੋ ਚੱਲਾ। ਅੱਗੂ ਜਿਹੜਾ ਸਾਡੀ ਫੈਮਿਲੀ ਆਉਣੀ ਹੈ, ਇਸ ਵਾਸਤੇ ਕੱਲ ਜਿਹੜਾ ਤੁਸੀਂ ਸਫਾਈ ਕਰਕੇ ਤੇ ਮਕਾਨ ਨੂੰ ਛੱਡ ਦਿਓ। ਉਹਨੇ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ? ਉਹਨੇ ਅੱਗੂ ਉਸ ਬੰਦੇ ਨੂੰ ਕਾਲਾਂ ਕੀਤੀਆਂ ਕਿ ਇਸ ਤਰ੍ਹਾਂ ਜਿਹੜਾ ਬੰਦਾ ਆਇਆ ਉਹ ਅੱਗੂ ਇੱਕ ਦੋ ਵਾਰੀ ਫੋਨ ਸੁਣ ਕੇ ਉਹਨੇ ਫੋਨ ਹੀ ਅੱਗੂ ਬੰਦ ਕਰਕੇ ਸਿਮ ਕੱਢ ਕੇ ਚੁੱਕ ਕੇ ਪਰਾਂ ਮਾਰੀ। ਇਹਨੇ ਢੂੰਡਣਾ ਸ਼ੁਰੂ ਕਰ ਦਿੱਤਾ। ਅਗਲੇ ਸੁਬਾਹ ਆ ਗਏ, ਉਹਨਾਂ ਆਖਿਆ ਸਮਾਨ ਚੁੱਕ ਤੇ ਇੱਥੋਂ ਨਿਕਲ। ਅੱਗੂ ਜਨਾਬ ਉਹ ਗੋਰੀ ਜਿੱਥੇ ਉਹਦੇ ਨਾਲ ਰਹਿ ਰਹੀ ਸੀ ਉਹਨੂੰ ਜਾ ਕੇ ਦਰਵਾਜ਼ਾ ਖੜਕਾ ਕੇ ਉਹਨੂੰ ਕਹਿੰਦਾ ਤੂੰ ਇਸ ਤਰ੍ਹਾਂ ਨਾ ਕਰ। ਉਹਨੂੰ ਕਹਿੰਦਾ ਕਿ ਯਾਰ ਮੈਨੂੰ ਕਿਧਰੇ ਤੂੰ ਰਹਾ ਦੇ, ਮੈਂ ਤੇ ਬੜਾ ਫਸ ਗਿਆ। ਉਹਨੇ ਆਖਿਆ ਚੱਲ ਮੈਂ ਤੈਨੂੰ ਕਿਧਰੇ ਰਹਾ ਦੇਣਾ। ਉਹਨੇ ਜਨਾਬ ਇਸ ਤਰ੍ਹਾਂ ਕੀਤਾ, ਕਿਸੇ ਬੰਦੇ ਨਾਲ ਗੱਲ ਕੀਤੀ, ਉਹਨੂੰ ਕਿਧਰੇ ਹੋਰ ਰਹਾ ਦਿੱਤਾ। ਇਹ ਵਿਚਾਰਾ ਗੋਰੀ ਲੈ ਕੇ ਆਇਆ ਸੀ, ਉਹ ਗੋਰੀ ਜਿਹੜੀ ਆ ਅੱਗੂ ਕਿਸੇ ਹੋਰ ਉਹਦੇ ਨਾਲ ਸਾਹਮਣੇ ਨਾਲ ਸੈੱਟ ਹੋ ਗਈ ਸੀ। ਇਹ ਉੱਥੋਂ ਜਨਾਬ ਨਿਕਲ ਕੇ ਆਇਆ, ਕਿਸੇ ਹੋਰ ਨਾਲ ਆ ਕੇ ਰਹਿਣ ਲੱਗ ਪਿਆ। ਜਿਸ ਵੇਲੇ ਉਹਨੇ ਰਿਹਾ ਉਹਨੂੰ ਸਾਰੀ ਗੱਲ ਦੱਸੀ ਉਸ ਕਿ ਇਹ ਮੇਰੇ ਨਾਲ ਮਸਲਾ ਬਣਿਆ ਕਿ ਮੈਂ ਤੇ ਗੋਰੀ ਲੈ ਕੇ ਆਇਆ ਸਾਂ ਤੇ ਗੋਰੀ ਜਿਹੜੀ ਹੈ ਉਹ ਮੇਰੇ ਕੋਲ ਇੱਥੇ ਖੋਲ। ਉਹਨੇ ਆਖਿਆ ਤੂੰ ਬੇਵਕੂਫਾ ਕਿਹੜਾ ਕੰਮ? ਉਹਨੇ ਆਖਿਆ ਮੈਂ ਯਾਰ ਕੀ ਕਰਦਾ, ਮੈਂ ਲਾਦਾ ਫਲੈਟ ਵੀ ਲਿਆ, ਉਹ ਤੂੰ ਸਾਹਮਣੇ ਉਹ ਨਿਕਲ ਆਇਆ, ਉਹਨੇ ਇਹ ਕੰਮ ਪੈਣਾ ਪਾਇਆ। ਉਹਨੇ ਆਖਿਆ ਚੱਲ ਕੋਈ ਨਹੀਂ ਮਸਲਾ, ਲੇਕਿਨ ਉਹ ਕਹਿੰਦਾ ਯਾਰ ਮੈਨੂੰ ਇਹ ਦੱਸੋ ਕਿ ਇੱਥੇ ਮੇਰੇ ਪੇਪਰ ਕਿਸ ਤਰ੍ਹਾਂ ਬਣਨਗੇ? ਉਹਨੇ ਆਖਿਆ ਪੇਪਰਾਂ ਵਾਲਾ ਤੇ ਕੋਈ ਚਾਂਸ ਨਹੀਂ ਹੋਇਆ, ਜੇ ਕੰਮ ਕਰਨੀ ਚੋਰੀ ਛੁਪੇ ਕਰ ਲੈ ਜਿਤਨੀ ਦੇਰ ਕਰਨੀ, ਲੇਕਿਨ ਪੇਪਰਾਂ ਨੂੰ ਭੁੱਲ ਜਾ। ਜੇ ਤੇਰੇ ਕੋਲ ਗੋਰੀ ਹੁੰਦੀ ਫਿਰ ਤੈਨੂੰ ਜਿਹੜਾ ਉਹ ਸੈਟਿੰਗ ਦੇ ਚਾਂਸ ਹੈ ਸੀ, ਲੇਕਿਨ ਹੁਣ ਕੋਈ ਚਾਂਸ ਨਹੀਂ ਹੋਇਆ। ਹੁਣ ਇਸ ਵਾਸਤੇ ਇਸ ਬਾਰੇ 'ਚ ਨਾ ਸੋਚ, ਅਗਰ ਕੋਈ ਕੰਮ ਲੱਭਦੀ ਚੁੱਪ ਕਰਕੇ ਕੰਮ ਕਰ। ਉਹ ਅੱਗੂ ਜਵਾਨ ਜਿਹੜਾ ਕਹਿੰਦਾ ਮੈਂ ਕੰਮ ਜਿਹੜਾ ਸ਼ੁਰੂ ਕਰ ਦਿੱਤਾ, ਕਿਧਰੇ ਮੈਨੂੰ ਕੰਮ ਲੱਭ ਗਿਆ। ਕਹਿੰਦਾ ਤਕਰੀਬਨ ਮੈਂ ਸਾਲ ਪੂਰਾ ਕੰਮ ਕਰਦਾ ਰਿਹਾ। ਕਹਿੰਦਾ ਸਾਲ ਬਾਅਦ ਜਿਹੜਾ ਉਹ ਬੰਦੇ ਨੇ ਪੂਰਾ ਉਹਨੂੰ ਇਸਤੇਮਾਲ ਕੀਤਾ ਗੋਰੀ ਨੂੰ। ਉਸ ਤੋਂ ਬਾਅਦ ਕਹਿੰਦਾ ਮੈਨੂੰ ਫੇਰ ਟਕਰਾ ਗਈ। ਕਹਿੰਦਾ ਜਿਉਂ ਹੀ ਟਕਰਾਈ ਤੇ ਮੈਨੂੰ ਕਹਿੰਦੀ ਹੈ ਸੋਰੀ ਉਹ ਬੰਦਾ ਠੀਕ ਨਹੀਂ ਸੀ ਹੈ, ਉਹਦੀ ਵਾਈਫ ਵੀ ਐਸੀ ਉਹ ਗਈ ਸੀ, ਉਹ ਵਾਈਫ ਵਾਪਸ ਆ ਗਈ ਹੈ ਤੇ ਇਸ ਤਰ੍ਹਾਂ ਮੇਰੇ ਨਾਲ ਜਿਹੜਾ ਨਾ ਉਹਨੇ ਜ਼ਿਆਦਤੀ ਕੀਤੀ ਹੈ। ਕਹਿੰਦਾ ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਇਹ ਬੰਦਾ ਠੀਕ ਨਹੀਂ ਹੈ, ਲੇਕਿਨ ਤੂੰ ਮੇਰੀ ਗੱਲ ਨਹੀਂ ਮੰਨੀ। ਉਹਨੂੰ ਅੱਗੋਂ ਚਾਂਸ ਲੱਗ ਗਿਆ, ਉਹਨੂੰ ਪਤਾ ਸੀ ਕਿ ਜਿਹੜਾ ਹੁਣੇ ਵਾਪਸ ਆ ਗਈ ਹੈ, ਹੁਣ ਮੇਰੇ ਪੇਪਰਾਂ ਦੇ ਚਾਂਸ ਹੈ ਨੇ, ਕੰਮ ਵੀ ਲੱਗਿਆ ਸੀ, ਪੈਸੇ ਵੀ ਹੈ ਸੀ। ਉਹਨੂੰ ਜਨਾਬ ਫਿਰ ਉਹਨੇ ਪਿਆਰ ਮੁਹੱਬਤ ਕੀਤਾ। ਪਿਆਰ ਮੁਹੱਬਤ ਕਰਕੇ ਉਹਨੂੰ ਕਹਿੰਦਾ ਕਿ ਤੂੰ ਜਿਹੜਾ ਨਾ ਹੁਣ ਮੈਨੂੰ ਛੱਡ ਕੇ ਨਹੀਂ ਜਾਣਾ, ਮੈਂ ਬੜਾ ਪਰੇਸ਼ਾਨ ਰਿਹਾ, ਪਿੱਛੋਂ ਮੈਂ ਖਾਂਦਾ ਪੀਂਦਾ ਵੀ ਕੁਝ ਨਹੀਂ ਸੀ ਕਿਉਂਕਿ ਮੈਂ ਟੈਨਸ਼ਨ ਲੈਂਦਾ ਸੀ ਕਿ ਮੈਂ ਤੇਰੇ ਨਾਲ ਪਿਆਰ ਕਰਨਾ ਤੇ ਤੂੰ ਮੈਨੂੰ ਛੱਡ ਕੇ। ਉਹਨੇ ਆਖਿਆ ਨਹੀਂ ਹੁਣ ਨਹੀਂ ਮੈਂ ਤੈਨੂੰ ਛੱਡ ਕੇ ਜਾਵਾਂਗੀ। ਰੋਣ ਲੱਗ ਪਈ, ਮੈਂ ਕਿਸੇ ਹੋਰ ਵੱਲ ਤੱਕਣ ਨਹੀਂ ਲਈ। ਉਹਨੇ ਆਖਿਆ ਹਾਲਾ ਠੀਕ ਹੈ। ਹੁਣ ਉਹ ਸਾਰੀਆਂ ਗੱਲਾਂ ਤੋਂ ਵਾਕਿਫ ਹੋ ਗਿਆ ਸੀ। ਉਹਨੇ ਦਿਮਾਗ 'ਚ ਬਿਠਾ ਲਿਆ ਸੀ ਕਿ ਇੱਕ ਵਾਰੀ ਮੈਂ ਸੈੱਟ ਹੋ ਜਾ ਫਿਰ ਮੈਂ ਇਹਨੂੰ ਨਹੀਂ ਪੁੱਛਦਾ, ਭਾਵੇਂ ਜਿੱਧਰ ਮਰਜ਼ੀ ਜਾਏ। ਉਹ ਜਨਾਬ ਇਸੇ ਤਰ੍ਹਾਂ ਹੀ ਹੋਇਆ। ਉਹਨੇ ਜਨਾਬ ਸਾਰੇ ਡਾਕੂਮੈਂਟੇਸ਼ਨ ਬਣਾ ਕੇ ਸਾਰੇ ਕਲੀਅਰ ਕਰਕੇ ਉਹਨੂੰ ਕਹਿੰਦਾ ਕਿ ਮੇਰਾ ਦਿਲ ਹੈ ਕਿ ਅਸੀਂ ਜਿਹੜਾ ਨਾ ਪੋਲੈਂਡ 'ਚ ਕੋਈ ਸੈਟਿੰਗ ਕਰੀਏ, ਕੋਈ ਆਪਣਾ ਕਾਰੋਬਾਰ ਕਰੀਏ। ਆਂਦੀ ਹੈ ਇਹ ਤੇ ਬਹੁਤ ਅੱਛਾ ਆਈਡੀਆ ਹੈ। ਉਹਨੇ ਆਖਿਆ ਤੂੰ ਇੰਜ ਕਰ, ਤੂੰ ਪੋਲੈਂਡ ਜਾ ਕੇ ਉੱਥੇ ਜਿਹੜਾ ਨਾ ਕੋਈ ਸੈਟਿੰਗ ਕਰ ਤੇ ਮੈਂ ਤੈਨੂੰ ਥੋੜ੍ਹੇ ਪੈਸੇ ਟੋਰਦਾ ਰਵਾਂਗਾ, ਫਿਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਇੱਥੇ ਰੈਸਟੋਰੈਂਟ ਬਣਾਊਂਗਾ। ਦੀ ਹੈ ਸਹੀ ਹੈ, ਬਹੁਤ ਸੋਹਣੀ ਗੱਲ ਹੈ, ਨਾਲੇ ਮੈਂ ਉੱਥੇ ਆਪਣੀ ਫੈਮਿਲੀ ਕੋਲ ਰਹਿ ਲਾਂਗੀ। ਉਹਨੇ ਆਪਣਾ ਦਿਲ ਬਿਲਕੁਲ ਸਾਫ਼ ਕਰ ਲਿਆ ਸੀ। ਲੇਕਿਨ ਉਹ ਜਿਸ ਵੇਲੇ ਉੱਥੇ ਵਾਪਸ ਗਈ, ਵਾਪਸ ਜਾਣ ਤੋਂ ਬਾਅਦ ਜਵਾਨ ਜਿਹੜਾ ਉਹਨੂੰ ਥੋੜ੍ਹੇ ਬਹੁਤ ਪੈਸੇ ਟੋਰਦਾ ਸੀ। ਉਹਨੇ ਇਹ
ਸੋਚਿਆ ਸੀ ਕਿ ਜੇ ਇੱਥੇ ਰਹੀ ਤੇ ਇਹ ਨਾ ਹੋਵੇ ਫਿਰ ਮੇਰਾ ਮਸਲਾ ਖਰਾਬ ਹੋ ਜਾਏ, ਕਿਉਂਕਿ ਪੇਪਰ ਜਿਹੜੇ ਨੇ ਉਹ 3-4 ਸਾਲ ਇਹ ਲੱਗਣੇ ਸੀ ਸਿੱਧੇ ਹੁੰਦਿਆਂ। ਉਹ ਜਨਾਬ ਚੁੱਪ ਕਰਕੇ ਉਹਨੂੰ ਹਰਚਾ ਮਰਚਾ ਉੱਥੇ ਟੋਰਦਾ ਰਿਹਾ। ਉਹ ਕੋਸ਼ਿਸ਼ ਕਰਦੀ ਸੀ ਕਿ ਉਹਨੂੰ ਬੁਲਾ ਕੇ ਇੱਥੇ ਮਹੀਨਾ ਸਾਰਾ ਰੱਖਦਾ ਸੀ, ਫਿਰ ਵਾਪਸ ਤੋਰ ਦਿੰਦਾ ਸੀ, ਲੇਕਿਨ ਉਹਨੂੰ ਪੈਸੇ ਲੱਭਦੇ ਸੀ ਪਏ। ਉਹ ਵੀ ਜਿਹੜਾ ਚੁੱਪ ਕਰਕੇ ਜਿਹੜਾ ਨਾ ਉੱਥੇ ਰਹਿੰਦੀ ਰਹੀ। ਜਿਉਂ ਹੀ ਇਹਦੇ ਪੇਪਰ ਸੈੱਟ ਹੋ ਗਏ ਨੇ, ਉਹਨੇ ਉਸੇ ਟਾਈਮ ਬਾਈਕਾਟ ਕਰਕੇ ਉਹਨੇ ਆਖਿਆ ਜਾ ਆਪਣਾ ਕੰਮ ਕਰ। ਉਹ ਆਪਣਾ ਜਿਹੜਾ ਸਿਸਟਮ ਠੀਕ ਕਰਕੇ ਉਸ ਤੋਂ ਬਾਅਦ ਗਿਆ ਪਾਕਿਸਤਾਨ, ਜਾ ਕੇ ਸ਼ਾਦੀ ਕੀਤੀ। ਉਹਨੇ ਆਖਿਆ ਜੀ ਮੈਂ ਤੇ ਬੜੀ ਮਿਹਨਤ ਕਰ ਲਈ ਹੈ, ਮੈਂ ਤੇ ਕੋਸ਼ਿਸ਼ ਇਹ ਹੀ ਕੀਤੀ ਸੀ ਕਿ ਇਹਦੇ ਨਾਲ ਹੀ ਮੈਂ ਰਹਿਣਾ, ਇਹ ਨਹੀਂ ਕਿ ਅਸੀਂ ਭੈੜੇ ਹੁੰਦੇ ਹਾਂ, ਲੇਕਿਨ ਇਹਨੇ ਵੀ ਮੇਰੇ ਨਾਲ ਜ਼ਿਆਦਤੀ ਕੀਤੀ ਹੈ, ਇਸ ਵਾਸਤੇ ਜਿਹੜਾ ਨਾ ਮੈਂ ਇਹਨੂੰ ਛੱਡ ਦਿੱਤਾ ਤੇ ਮੈਂ ਆਪਣੀ ਲਾਈਫ ਜਿਹੜੀ ਆ ਉਹ ਸਿੱਧੀ ਕੀਤੀ ਹੈ। ਇਸ ਤਰ੍ਹਾਂ ਵੀ ਹੁੰਦਾ, ਤੁਹਾਨੂੰ ਪਤਾ ਸੈੱਟ ਹੋਣਾ ਕੋਈ ਸੌਖਾ ਕੰਮ ਨਹੀਂ ਹੈ, ਬਹੁਤ ਔਖਾ ਕੰਮ ਹੈ, ਲੇਕਿਨ ਇੱਕ ਕੋਸ਼ਿਸ਼ ਕਰਿਆ ਕਰੋ। ਕਦੇ ਕਦੇ ਮੇਰੀ ਵੀਡੀਓ ਜਿਹੜੀ ਆ ਲਾਈਕ ਵੀ ਕਰ ਦਿਆ ਕਰੋ, ਕਮੈਂਟਸ ਵੀ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।